ज्यों भावै त्यों राख लै। हम शरण प्रभ आए राम राजे। हम भूल बिगाड़ है जन सरात। हर लाज रखाए। हम बारक तू गुर पिता है। दे मत समझाए। जन नानक दास हर कांडिया। हर पैज रखाए। आओ गुरु रूप। गुरु प्यारी गुरु सवारी साध संगत जी। आप सब संगतां ती अंत वाडियां भागां वाले हो, जो सतगुरां दे चरना कमला संग जुड़ मिल बैठ के ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਜੋ ਐਤਵਾਰ ਦੇ ਦਿਹਾੜੇ ਤੇ ਅੰਮ੍ਰਿਤ ਵੇਲੇ ਜਪ ਤਪ ਸਮਾਗਮ ਹੁੰਦੇ ਹਨ, ਤਿੰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਜੋ ਕਿ ਸਪਤਾਹ ਪਾਠ ਪ੍ਰਾਰੰਭ ਹੋਏ ਸਨ, ਤਿੰਨਾਂ ਦੀ ਸਮਾਪਤੀ ਹੋਈ ਹੈ। ਉਪਰੰਤ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਹੋਏ। ਨਿਤ ਦੀ ਮਰਿਆਦਾ ਅਨੁਸਾਰ, ਬਾਬਾ ਜੀ ਦੇ ਧਰਮ ਬਖਸ਼ੀ ਮਰਿਆਦਾ ਅਨੁਸਾਰ ਆਸਾ ਜੀ ਦੀ ਵਾਰ ਦੇ ਸ਼ਲੋਕ, ਸ਼ੰਤ ਸ਼ਬਦ ਕੀਰਤਨ ਜੀ ਦੀਆਂ ਸਤਿਗੁਰੂ ਜੀ ਨੇ ਮਿਹਰਾਂ ਕੀਤੀਆਂ। ਉਪਰੰਤ ਸੰਗਤੀ ਰੂਪ ਦੇ ਵਿੱਚ ਜੁੜਮਿਲ ਬੈਠ ਕੇ ਸ਼੍ਰੀ ਜਪਜੀ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਗੁਰ ਮੰਤਰ, ਮੂਲ ਮੰਤਰ ਦੇ ਦੁਆਰਾ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ। ਸਤਿਗੁਰੂ ਜੀ ਦਾ ਵਚਨ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰੇ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ। ਮਹਾਂਪੁਰਸ਼ਾਂ ਦਾ ਜੋ ਬਚਨ ਹੁੰਦਾ ਹੈ, ਉਹ ਜੀਵ ਦੇ ਵਾਸਤੇ ਕਲਿਆਣਕਾਰੀ ਹੋਇਆ ਕਰਦਾ, ਕਿਉਂਕਿ ਉਹਨਾਂ ਦੇ ਜੋ ਕਿ ਬਚਨ ਹੁੰਦੇ ਨੇ, ਉਹਨਾਂ ਦੇ ਵਿੱਚ ਸਾਹਿਬ ਜੀ ਫਰਮਾਨ ਕਰਦੇ ਨੇ, ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ। ਤੇਰੇ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ, ਹਰ ਸੋਂ ਲੈਣ ਮਿਲਾਏ। ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਬ੍ਰਹਮ ਗਿਆਨੀ ਕੀ ਨਿਰਮਲ ਰੀਤਾ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹ ਕੋਈ ਮਰਿਆਦਾ ਚਲਾਉਂਦੇ ਨੇ, ਕੋਈ ਮਤ ਚਲਾਉਂਦੇ ਨੇ, ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੋਇਆ ਕਰਦਾ। ਉਹਦਾ ਕਰਮ ਕੀ ਹੁੰਦਾ? ਸਾਹਿਬ ਜੀ ਕਹਿੰਦੇ ਨੇ, ਆਪ ਜਪੈ ਅਵਰੈ ਨਾਮ ਜਪਾਵੈ। ਉਹ ਰੱਬ ਦੇ ਪਿਆਰੇ ਸਤਿਪੁਰਸ਼ ਆਪ ਦਾ ਨਾਮ ਨਾਲ ਜੁੜੇ ਹੁੰਦੇ ਨੇ। ਜਿਹੜਾ ਉਹਨਾਂ ਦੀ ਚਰਨ ਸ਼ਰਨ ਵਿੱਚ ਆਉਂਦਾ, ਉਹਨੂੰ ਨਾਮ ਨਾਲ ਜੋੜਦੇ ਨੇ। ਉਹ ਜਦੋਂ ਜੀਵ ਉਹਨਾਂ ਦਾ ਬਚਨ ਕਮਾਉਂਦਾ ਤਾਂ ਉਸ ਜੀਵ ਦਾ ਉਧਾਰ ਹੋ ਜਾਇਆ ਕਰਦਾ। ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਮਹਾਂਪੁਰਸ਼ਾਂ ਵੱਲੋਂ ਚਲਾਈ ਮਰਿਆਦਾ ਅਨੁਸਾਰ ਗੁਰੂ ਚਰਨਾਂ ਵਿੱਚ ਜੁੜ ਕੇ ਜਾਪਾਂ ਦੀ ਹਾਜ਼ਰੀ ਭਰ ਰਹੇ ਹਾਂ। ਸਾਡਾ ਉਧਾਰ ਹੋ ਰਿਹਾ। ਜੋ ਵੀ ਬਚਨ ਮਹਾਂਪੁਰਸ਼ ਆਪਣੇ ਰਸਨਾ ਤੋਂ ਕਰਦੇ ਨੇ, ਸਾਹਿਬ ਜੀ ਫਰਮਾਨ ਕਰਦੇ ਨੇ, ਭਗਤ ਮੁਖ ਤੇ ਬੋਲਦੇ ਸੇ ਵਚਨ ਹੋ ਬੰਦੇ। ਆਮ ਦੁਨਿਆਵੀ ਤੌਰ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ, ਇਹਨਾਂ ਦਾ ਕੋਈ ਫਾਇਦਾ ਨਹੀਂ। ਪਰ ਜੋ ਰੱਬ ਦੇ ਪਿਆਰੇ ਆਪਣੇ ਰਸਨਾ ਤੋਂ ਬਚਨ ਬੋਲ ਦਿੰਦੇ ਨੇ, ਬੋਲ ਦਿੰਦੇ ਨੇ, ਉਹ ਬਚਨ ਹੋਇਆ ਕਰਦੇ ਨੇ। ਇੱਕ ਵਾਰ ਦੀ ਗੱਲ ਹੈ, ਕੋਈ ਨਾ ਘਰ ਦੇ ਵਿੱਚ ਬਜ਼ੁਰਗ ਸੀ ਤੇ ਉਹ ਜਿਹੜਾ ਉਹਨੂੰ ਚੋਰੀ ਕਰਨ ਦੀ ਬੜੀ ਆਦਤ ਸੀ। ਉਹਨੇ ਚੋਰੀ ਸਾਰੀ ਉਮਰ ਆਪ ਕੀਤੀ ਤੇ ਆਪਣੇ ਪੁੱਤਰ ਨੂੰ ਵੀ ਕਹਿੰਦਾ, ਪੁੱਤਰ ਚੋਰੀ ਕਰਿਆ ਕਰ। ਕਹਿੰਦਾ ਜਿਹੜਾ ਨਾ ਚੋਰੀ ਕਰਨ ਦਾ ਲਾਭ ਬਹੁਤ ਜ਼ਿਆਦਾ। ਕਹਿੰਦਾ ਸਾਰਾ ਦਿਨ ਵਿਹਲੇ ਰਹਿਣਾ, ਸੌਣਾ ਹੈ ਸਾਰਾ ਦਿਨ।
ਰਾਤ ਨੂੰ ਜਾ ਕੇ ਲੋਕਾਂ ਦੇ ਘਰਾਂ ਵਿੱਚ ਡਾਕਾ ਮਾਰਨਾ, ਸੰਨ ਲਾਉਣੀ ਹੈ, ਚੋਰੀ ਕਰਨੀ ਹੈ ਤੇ ਬਸ ਆਪਦੀ ਮੌਜ ਦੇ ਨਾਲ ਜਿਹੜੀ ਹੈ ਜ਼ਿੰਦਗੀ ਜਿਉਣੀ ਹੈ। ਪਦਾਰਥ ਤੇ ਮਾਇਆ ਤੇਰੇ ਕੋਲੇ ਕਦੇ ਘਟਣੀ ਹੋਈ ਨਹੀਂ। ਦੁਨਿਆਵੀ ਜਿਹੜਾ ਪੁਰਸ਼ ਹੈ ਮੋਹ ਮਾਇਆ ਦੇ ਲਾਲਚ ਵਿੱਚ ਲੱਗਿਆ ਹੋਇਆ, ਉਹਦੀ ਇਹ ਮਨ ਦੀ ਭਾਵਨਾ ਹੁੰਦੀ ਹੈ। ਉਹਨੇ ਆਪਣੇ ਪੁੱਤਰ ਨੂੰ ਸਮਝਾਇਆ, ਪਰ ਪੁੱਤਰ ਉਹਦੀਆਂ ਗੱਲਾਂ ਵਿੱਚ ਨਾ ਆਇਆ। ਕਹਿੰਦਾ ਨਹੀਂ ਬਾਪੂ, ਆ ਜਿਹੜਾ ਤੂੰ ਮਾਰਗ ਦੱਸ ਰਿਹਾ ਮਾਰਗ ਸਹੀ ਨਹੀਂ। ਕਿਸੇ ਦੇ ਨਾਲ ਠੱਗੀ ਕਰਨੀ, ਕਿਸੇ ਦੇ ਨਾਲ ਜਿਹੜਾ ਧੋਖਾ ਕਰਨਾ ਕੋਈ ਚੰਗਾ ਕੰਮ ਨਹੀਂ ਹੈ। ਸਾਹਿਬ ਜੀ ਦਾ ਵੀ ਵਚਨ ਹੈ, ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ। ਸਤਿਗੁਰੂ ਜੀ ਤਾਂ ਇੱਥੋਂ ਤੱਕ ਸਮਝਾਉਂਦੇ ਨੇ, ਮਨ ਦੀ ਅਵਸਥਾ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਕੋਈ ਬੁਰਾ ਕੰਮ ਕਰਨਾ ਹੋਵੇ ਤਾਂ ਭੱਜ ਕੇ ਕਰਦਾ, ਜਦੋਂ ਸ਼ੁਭ ਕਰਮ ਕਰਨ ਦਾ ਸਮਾਂ ਆਉਂਦਾ ਤੇ ਬੜੀ ਜ਼ਿਆਦਾ ਦੂਰ ਨੂੰ ਭੱਜਣਾ ਕਰਦਾ। ਕਹਿੰਦਾ ਨਹੀਂ, ਆਹ ਕੰਮ ਕਾਹਤੋਂ ਕਰਨਾ, ਅੰਮ੍ਰਿਤ ਵੇਲੇ ਕਿਉਂ ਉੱਠਣਾ, ਬਾਣੀ ਕਿਉਂ ਪੜ੍ਹਨੀ ਹੈ, ਫਿਰ ਪੜ੍ਹ ਲਾਂਗੇ। ਮਨ ਆਲਸੀ ਹੋ ਜਾਂਦਾ। ਤੇ ਹੁਣ ਨਾ ਜਦੋਂ ਆਪਣੇ ਪੁੱਤਰ ਨੂੰ ਸਮਝਾਇਆ ਤਾਂ ਪੁੱਤਰ ਨਾ ਸਮਝਿਆ ਤੇ ਇਹਦੇ ਘਰ ਦੇ ਵਿੱਚ ਪੋਤਰੇ ਨੇ ਜਨਮ ਲਿਆ। ਹੌਲੀ ਹੌਲੀ ਜਿਹੜਾ ਇਹ ਵੱਡਾ ਚੋਰ ਸੀ, ਬਜ਼ੁਰਗ ਸੀ, ਬੜੇਪਾ ਆਉਂਦਾ ਗਿਆ ਤੇ ਇੱਕ ਦਿਨ ਨਾ ਖੇਡਦਾ ਖੇਡਦਾ ਪੋਤਰਾ ਇਹਦੇ ਕੋਲੇ ਚਲਿਆ ਗਿਆ ਤੇ ਜਾ ਕੇ ਆਪਣਾ ਜਿਹੜਾ ਇਹਦਾ ਪੋਤਰਾ ਸੀ ਆਪਣੇ ਦਾਦੇ ਨੂੰ ਕਹਿੰਦਾ ਦਾਦਾ ਜੀ ਮੈਨੂੰ ਦੱਸੋ ਬਾਪੂ ਜੀ, ਕੋਈ ਤੁਸੀਂ ਆਪਣੀ ਸਾਰੀ ਜ਼ਿੰਦਗੀ ਹੰਢਾਈ ਹੈ ਤੇ ਮੈਨੂੰ ਕੋਈ ਸਿੱਖਿਆ ਦੇਵੋ, ਮੈਨੂੰ ਕੋਈ ਇਹੋ ਜਿਹਾ ਰਾਜ ਦਿਓ ਜਿਹੜਾ ਤੁਸੀਂ ਜ਼ਿੰਦਗੀ ਦੇ ਵਿੱਚੋਂ ਕਮਾਏ। ਕਹਿੰਦਾ ਪੁੱਤਰ ਮੇਰੀ ਤੂੰ ਇੱਕ ਗੱਲ ਮੰਨ ਲੈ, ਆ ਦੋ ਤਿੰਨ ਗੱਲਾਂ ਮੈਂ ਤੈਨੂੰ ਸਮਝਾਉਣੀਆਂ ਨੇ, ਸਾਰੀ ਉਮਰ ਮौज ਕਰੇਂਗਾ। ਕਹਿੰਦਾ ਕੀ ਦਾਦਾ ਜੀ ਦੱਸੋ। ਕਹਿੰਦਾ ਸਾਰਾ ਦਿਨ ਸੌਣਾ ਹੈ। ਕਹਿੰਦਾ ਠੀਕ ਹੈ ਜੀ। ਕਹਿੰਦਾ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਮਾਰਨੇ ਨੇ, ਮਾਇਆ ਆਦਿਕ ਚੋਰੀ ਕਰਕੇ, ਪਦਾਰਥ ਚੋਰੀ ਕਰਕੇ ਲੈ ਆਉਣੇ, ਨਾ ਕੰਮ ਕਰਨ ਦੀ ਲੋੜ ਪਵੇ ਤੇ ਨਾ ਚੋਰੀ ਕਰਕੇ ਪਦਾਰਥਾਂ ਦੀ ਘਰ ਦੇ ਵਿੱਚ ਕੋਈ ਘਾਟ ਰਹੇ, ਸਾਰਾ ਕੁਝ ਤੈਨੂੰ ਮਿਲ ਜਾਊਗਾ। ਕਹਿੰਦਾ ਪਰ ਮੇਰੀ ਇੱਕ ਗੱਲ ਜ਼ਰੂਰ ਸੁਣ ਲਈ। ਕਹਿੰਦਾ ਜਿੱਥੇ ਕਿਤੇ ਸਤ ਸੰਗਤ ਹੋਵੇ, ਜਿੱਥੇ ਕਿਤੇ ਕੋਈ ਸਾਧੂ ਬੈਠਾ ਬਚਨ ਕਰਦਾ ਹੋਵੇ, ਉੱਥੇ ਨਹੀਂ ਜਾਣਾ। ਕਹਿੰਦਾ ਜੇ ਉੱਥੇ ਜਾਵੇਂ ਵੀ ਨਾ, ਉੱਥੋਂ ਦੂਰ ਦੀ ਭੱਜ ਜਾਈ, ਪਾਸੇ ਦੀ ਲੰਘ ਜਾਈ। ਕਦੇ ਮਹਾਂਪੁਰਸ਼ ਦੀ, ਕਿਸੇ ਰੱਬ ਦੇ ਪਿਆਰੇ ਦੀ ਸਤ ਸੰਗਤ ਦੇ ਵਿੱਚ ਨਹੀਂ ਕਦੇ ਵੀ ਜਾਣਾ। ਆ ਮੇਰੇ ਜਿਹੜਾ ਗੁਣ ਨੇ, ਮੇਰੀਆਂ ਗੱਲਾਂ ਆਪਣੇ ਪੱਲੇ ਨਾਲ ਬੰਨ੍ਹ। ਬਸ ਇਹ ਜਿਹੜਾ ਮਾੜਾ ਕੰਮ ਸੀ, ਜਿਹੜੀ ਮਾੜੀ ਸਿੱਖਿਆ ਜ਼ਿਆਦਾ ਛੇਤੀ ਅਸਰ ਕਰਦੀ ਹੈ, ਉਹਦੇ ਪਿਤਾ ਨੇ ਤਾਂ ਇਹ ਕੰਮ ਨਾ ਕੀਤਾ, ਪਰ ਜਿਹੜਾ ਪੋਤਰਾ ਸੀ ਦਾਦੇ ਦਾ, ਉਹਨੇ ਚੋਰੀ ਸ਼ੁਰੂ ਕਰ ਦਿੱਤੀ। ਇੱਕ ਚੋਰੀ ਕਰ, ਦੋ ਚੋਰੀਆਂ ਕਰ, ਹੌਲੀ ਹੌਲੀ ਚੋਰੀਆਂ ਕਰਦਾ ਡਾਕੇ ਮਾਰਨ ਲੱਗ ਗਿਆ, ਵੱਡਾ ਚੋਰ ਬਣ ਗਿਆ। ਪੁਲਿਸ ਤੋਂ ਫੜਿਆ ਨਾ ਜਾਇਆ ਕਰੇ, ਬਸ ਇਉਂ ਕਰਦਿਆਂ ਕਰਦਿਆਂ ਨਾ ਜਾ, ਬਹੁਤ ਜ਼ਿਆਦਾ ਮਾਇਆ ਇਕੱਠੀ ਕਰ। ਇੱਕ ਦਿਨ ਚੋਰੀ ਕਰਨ ਗਿਆ, ਰਾਤ ਦਾ ਟਾਈਮ ਤੇ ਪਿੱਛੇ ਪੁਲਿਸ ਲੱਗ ਗਈ, ਕਿਸੇ ਨੇ ਭਿਣਕ ਦੇ ਦਿੱਤੀ। ਤਾਕ ਵਿੱਚ ਸੀ ਉਹਨੂੰ ਫੜਨ ਦੇ ਲਈ ਤੇ ਇਹਦੇ ਪਿੱਛੇ ਪੁਲਿਸ ਲੱਗ ਗਈ ਤੇ ਭੱਜਿਆ ਜਾਂਦਿਆਂ ਜਾਂਦਿਆਂ ਜਦੋਂ ਗਲੀਆਂ ਵਿੱਚ ਦੀ, ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਗਿਆ ਨਾ, ਇੱਕ ਗਲੀ ਦੇ ਵਿੱਚ ਸਤਸੰਗ ਹੋ ਰਿਹਾ ਸੀ ਤੇ ਮਹਾਂਪੁਰਸ਼ ਬਚਨ ਕਰ ਰਹੇ ਸੀ। ਪਿੱਛੇ ਪੁਲਿਸ ਹੈ, ਪਿੱਛੇ ਸਿਪਾਹੀ ਨੇ ਤੇ ਮੂਹਰੇ ਸਤ ਸੰਗਤ ਹੈ। ਗਲੀ ਬੰਦ ਹੈ ਤੇ ਹੁਣ ਦਾਦੇ ਨੇ ਇਹ ਗੱਲਾਂ ਚੇਤੇ ਆ ਗਈਆਂ। ਦਾਦੇ ਨੇ ਜੋ ਗੱਲ ਕਹੀ ਸੀ ਕਿ ਸਤ ਸੰਗਤ ਦੇ ਵਿੱਚ ਕਦੇ ਭੁੱਲ ਕੇ ਵੀ ਨਹੀਂ ਜਾਣਾ। ਦੇਖਿਆ ਮੂਹਰੇ ਮਹਾਂਪੁਰਸ਼ ਬਚਨ ਕਰਦੇ ਨੇ, ਸੰਗਤ ਜੁੜੀ ਬੈਠੀ। ਕਹਿੰਦਾ ਹੁਣ ਕਿਵੇਂ ਕੀਤਾ ਜਾਵੇ। ਕਹਿੰਦਾ ਜੇ ਵਿੱਚ ਬੈਠ ਗਿਆ ਜਾਂ ਵੜ ਗਿਆ ਫੜਿਆ ਜਾਊਗਾ, ਹੁਣ ਕਿਵੇਂ ਕੀਤਾ ਜਾਵੇ। ਹੁਣ ਦਾਦੇ ਦੀ ਕਈ ਗੱਲ ਵੀ ਮੰਨਣੀ ਹੈ ਤੇ ਸੁੱਖ ਵੀ ਬਹੁਤ ਮਿਲੇ ਦਾਦੇ ਦੀਆਂ ਗੱਲਾਂ ਦੇ ਉੱਤੇ ਚੱਲ ਕੇ। ਜਾਂਦਿਆਂ ਜਾਂਦਿਆਂ ਬਸ ਕੀ ਹੋਇਆ, ਬਸ ਕੰਨਾਂ ਦੇ ਵਿੱਚ ਪਾ ਲੀਆਂ ਉਂਗਲਾਂ। ਕਹਿੰਦਾ ਕਨਾਤ ਦੇ ਨਾਲ ਦੀ ਲੱਗ ਕੇ ਗਾਂਹ ਲੰਘ ਗਿਆ। ਕਨਾਤ ਦੇ ਵਿੱਚ ਦੀ ਜਦੋਂ ਲੰਘਣ ਲੱਗਿਆ ਨਾ, ਨਾਲ ਨਾਲ ਦੀ ਜਾਂਦਿਆਂ ਜਾਂਦਿਆਂ ਬਸ ਭੱਜਦਿਆਂ ਕੰਨ ਦੇ ਵਿੱਚੋਂ ਇੱਕ ਕਿਤੇ ਉਂਗਲ ਨਿਕਲ ਗਈ ਤੇ ਮਹਾਂਪੁਰਸ਼ ਬਚਨ ਕਰ ਰਹੇ ਸੀ। ਬਚਨ ਕਰਦਿਆਂ ਕਰਦਿਆਂ ਕਹਿਣ ਲੱਗੇ, ਕਹਿੰਦੇ ਭਾਈ ਜਿਹੜੇ ਨਾ ਦੇਵੀ ਦੇਵਤੇ ਹੁੰਦੇ ਨੇ, ਰੱਬੀ ਰੂਹਾਂ ਹੁੰਦੀਆਂ ਨੇ,
ਇਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਬਸ ਇੰਨੀ ਗੱਲ ਕੰਨ ਦੇ ਵਿੱਚ ਪਈ ਤੇ ਭੱਜਿਆ ਜਾਂਦਿਆਂ ਗਾਂਹ ਲੰਘ ਗਿਆ ਤੇ ਜਿਹੜਾ ਗਾਂਹ ਜਾ ਕੇ ਪੁਲਿਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਤੇ ਫੜਿਆ ਗਿਆ, ਕਾਲ ਕੋਠੜੀ ਦੇ ਵਿੱਚ ਬੰਨਿਆ ਗਿਆ। ਸਜ਼ਾ ਦੇਣ ਵਾਸਤੇ ਬੜਾ ਜ਼ੋਰ ਲਾਇਆ, ਇਹਨੂੰ ਮਨਾਉਣ ਵਾਸਤੇ ਤੂੰ ਚੋਰੀ ਕੀਤੀ ਹੈ ਕਿ ਨਹੀਂ ਕੀਤੀ, ਮੰਨਦਾ ਹੀ ਨਹੀਂ। ਕਹਿੰਦਾ ਚੋਰੀ ਕਰਕੇ ਦਾਦੇ ਨੇ ਕਿਹਾ ਅਸੀਂ ਮੰਨਣਾ ਵੀ ਨਹੀਂ ਕਦੇ। ਬਸ ਉਹ ਕੁੱਟਦੇ ਨੇ ਪੁਲਿਸ ਵਾਲੇ, ਮੰਨਦਾ ਨਹੀਂ। ਸਾਰੇ ਜ਼ੋਰ ਅਜਮਾਇਸ਼ ਜਦੋਂ ਕਰਕੇ ਦੇਖ ਲਿਆ, ਨਾ ਮੰਨਿਆ ਨਾ, ਤਾਂ ਜਿਹੜਾ ਇੱਕ ਸਿਪਾਹੀ ਸੀ ਉਹ ਕਹਿੰਦਾ ਮੇਰੇ ਕੋਲ ਤਰੀਕਾ ਹੈ। ਕਹਿੰਦਾ ਵੱਡੇ ਸਾਹਿਬ ਨੂੰ ਕਹਿੰਦਾ ਜਿਹਨੂੰ ਕਾਲ ਕੋਠੜੀ 'ਚ ਕਰ ਦਿਓ ਬੰਦ। ਜੇ ਬੰਦਾ ਉਹ ਕਿਸੇ ਤਰੀਕੇ ਨਾਲ ਨਾ ਡਰੇ ਤਾਂ ਦੇਵੀ ਸ਼ਕਤੀਆਂ ਤੋਂ ਡਰ ਜਾਂਦਾ। ਜਦੋਂ ਕੋਈ ਦੇਵੀ ਦੇਵਤਾ ਅੱਗੇ ਆ ਜਾਵੇ ਨਾ, ਕੋਈ ਸਤਪੁਰਸ਼ ਅੱਗੇ ਆ ਜਾਵੇ ਤਾਂ ਫਿਰ ਬੰਦਾ ਸੱਚ ਬੋਲ ਦਿੰਦਾ। ਕਹਿੰਦਾ ਭੈ ਦੇ ਨਾਲ ਹੁਣੇ ਸੱਚ ਬੋਲੇਗਾ, ਇਉਂ ਤਾਂ ਕੁੱਟ ਖਾਣ ਨਾਲ ਸੱਚ ਨਹੀਂ ਬੋਲਿਆ। ਬਸ ਜਦੋਂ ਇਉਂ ਕਰਦਿਆਂ ਰਾਤ ਨੂੰ ਤਰਤੀਬ ਬਣਾਈ, ਉਹਨਾਂ ਨੇ ਇੱਕ ਨਾ ਦੇਵੀ ਦਾ ਸਰੂਪ ਬਣਾਇਆ, ਉਹਦੇ ਬੰਦੇ ਦੇ ਸਾੜੀ ਲਾਈ ਤੇ ਕਈ ਬਾਹਾਂ ਵੀ ਉਹਦੇ ਲਾ ਦਿੱਤੀਆਂ। ਰਾਤ ਨੂੰ ਕੋਠੜੀ ਦੇ ਵਿੱਚ ਇੱਕ ਛੋਟਾ ਜਿਹਾ ਬਲਬ ਜਗਦਾ ਸੀ ਤੇ ਉਹਦੇ ਚਾਨਣੇ ਜਿਹੜਾ ਆਪਣੇ ਨਾ ਗੋਡਿਆਂ ਦੇ ਵਿੱਚ ਸਿਰ ਦੇ ਕੇ ਬੈਠਾ ਚੋਰ। ਜਦੋਂ ਅੰਦਰ ਵੜੀ ਨਾ, ਇੱਕ ਪਾਸਿਓਂ ਦੀ ਕਾਲ ਕੋਠੜੀ ਦੇ ਦੂਜੇ ਪਾਸੇ ਦੀ ਵਾੜ ਦਿੱਤੀ ਦੇਵੀ ਬਣਾ ਕੇ ਪੁਲਿਸ ਵਾਲਿਆਂ ਨੇ। ਤੇ ਇਹਨੇ ਦੇਖਿਆ ਜਦੋਂ ਵੀ ਦੇਵੀ ਆਈ ਹੈ, ਕੋਈ ਦੇਵਤਾ ਆਇਆ ਤੇ ਉਹਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਤੇ ਉਹ ਦੇਵੀ ਪੁੱਛਦੀ ਹੈ, ਕਹਿੰਦੀ ਤੂੰ ਇੱਥੇ ਬੈਠਾ? ਕਹਿੰਦਾ ਜੀ ਮੈਂ ਫੜਿਆ ਗਿਆ, ਮੈਨੂੰ ਪੁਲਿਸ ਨੇ ਫੜ ਲਿਆ। ਕਹਿੰਦਾ ਕੀ ਚਾਹੁੰਦਾ? ਕਹਿੰਦਾ ਬੰਦ ਖਲਾਸੀ ਚਾਹੁੰਦਾ, ਮੈਂ ਇਹਨਾਂ ਦੀ ਮਾਰ ਤੋਂ ਬਚ ਜਾ ਤੇ ਅਕਾਲ ਕੋਠੜੀ ਚੋਂ ਨਿਕਲ ਜਾ। ਉਹ ਦੇਵੀ ਜਿਹੜੀ ਉਹ ਬਣੀ ਸੀ ਤੇ ਉਹ ਕਹਿੰਦੀ ਭਾਈ ਦੱਸ ਕਰਾਂ, ਇੱਕ ਸੱਚੋ ਸੱਚ ਦੱਸ ਤੇ ਮੈਂ ਤੈਨੂੰ ਜਿਹੜਾ ਭਾਈ ਇਸ ਜੇਲ੍ਹ ਦੇ ਵਿੱਚੋਂ ਕੱਢ ਦਿਆਂ। ਕਹਿੰਦੇ ਦੱਸੋ ਜੀ ਕੀ ਸਵਾਲ ਹੈ? ਕਹਿੰਦਾ ਦੇਵੀ ਕਹਿੰਦੀ ਹੈ ਕਿ ਦੱਸ ਤੂੰ ਚੋਰੀ ਕੀਤੀ ਕਿ ਨਹੀਂ ਕੀਤੀ, ਇੱਕ ਵਾਰੀ ਇਹ ਸਵਾਲ ਦਾ ਜਵਾਬ ਦੇ ਦੇ ਬਸ। ਸਿਪਾਹੀ ਬਾਹਰ ਖੜੇ ਨੇ, ਉਹਲੇ ਖੜ ਕੇ ਦੇਖਦੇ ਨੇ। ਕਹਿੰਦੇ ਜਦੋਂ ਇਹ ਕਹੇਗਾ ਤੇ ਫੜ ਕੇ ਇਹਨੂੰ ਢਾ ਲਵਾਂਗੇ, ਇਹਨੂੰ ਕੁੱਟ ਦਿਆਂਗੇ, ਇਹ ਮੰਨ ਜਾਵੇਗਾ ਆਪਣਾ ਕੀਤਾ ਗੁਨਾਹ। ਤੇ ਉਹ ਮਹਾਂਪੁਰਸ਼ਾਂ ਦਾ ਬਚਨ ਜਿਹੜਾ ਥੋੜਾ ਜਿਹਾ ਕੰਨ ਦੇ ਵਿੱਚ ਪਿਆ ਸੀ ਨਾ, ਤੇ ਬਸ ਮੱਥਾ ਟੇਕ ਕੇ ਸੱਚ ਦੱਸਣ ਹੀ ਲੱਗਿਆ ਸੀ ਕਿ ਆਸੇ ਪਾਸੇ ਦੇਖਿਆ, ਕਹਿੰਦਾ ਕੋਈ ਸੁਣਦਾ ਤਾਂ ਨਹੀਂ, ਕੋਈ ਵੀ ਹੈ ਨਹੀਂ ਸੀ। ਬਸ ਜਦੋਂ ਇੱਕ ਕੰਨ ਕਰਕੇ ਜਦੋਂ ਦੱਸਣ ਲੱਗਿਆ ਨਾ, ਉੱਚੀ ਦੇਣੇ ਆਵਾਜ਼ ਦੇ ਕੇ ਕਹਿਣ ਲੱਗਿਆ ਕੰਨ 'ਚ ਦੇਵੀ ਦੇ, ਕਹਿੰਦਾ ਮੈਂ ਚੋਰੀ ਬਸ ਇੱਥੇ ਕਹੀ ਤੇ ਜਿਹੜੀ ਗੱਲ ਖੜ ਗਿਆ। ਉਹਨੇ ਦੇਖਿਆ, ਕਹਿੰਦਾ ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਦੇਵੀ ਦੇਵਤਿਆਂ ਦੇ ਜਾਂ ਜਿਹੜੀ ਗੈਵੀ ਸ਼ਕਤੀਆਂ ਹੁੰਦੀਆਂ ਨੇ ਉਹਦਾ ਪਰਛਾਵਾਂ ਨਹੀਂ ਹੁੰਦਾ, ਇਹਦਾ ਤਾਂ ਪਰਛਾਵਾਂ ਹੈ। ਬਸ ਉੱਥੇ ਹੀ ਜਾ ਕੇ ਬਸ ਜਿਹੜਾ ਆਪਣੀ ਗੱਲ ਰੋਕ ਦਿੱਤੀ, ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਬਸ ਉੱਥੇ ਮੁੱਕਰ ਗਿਆ। ਕਹਿੰਦਾ ਇਹ ਤਾਂ ਕੋਈ ਵਿਖਾਵਾ ਲੱਗਦਾ, ਕੋਈ ਗੱਲਬਾਤ ਲੱਗਦੀ। ਬਸ ਜਦੋਂ ਇਉਂ ਗੱਲ ਕਹੀ ਨਾ ਉਹ ਦੇਵੀ ਨੂੰ, ਕਹਿੰਦਾ ਮੈਂ ਚੋਰੀ ਨਹੀਂ ਕੀਤੀ। ਸਾਰੇ ਹੀਲੇ ਵਸੀਲੇ ਉਹਨਾਂ ਨੇ ਵਰਤ ਕੇ ਦੇਖ ਲਏ ਸੀ, ਤਾਂ ਹੌਲੀ ਹੌਲੀ ਦੇਵੀ ਨਾ ਆਪਣੀਆਂ ਗੱਲਾਂ ਬਾਤਾਂ ਕਰਕੇ ਬਾਹਰ ਚਲੀ ਗਈ। ਕਹਿੰਦੀ ਹਾਂ ਠੀਕ ਹੈ, ਉਹ ਵਿਖਾਵਾਕਾਰੀ ਸੀ, ਉਹ ਬਣਾਈ ਹੋਈ ਜਿਹੜੀ ਉਹਨਾਂ ਨੇ ਇੱਕ ਚਿੱਤਰਕਾਰੀ ਸੀ ਜਿਹੜੀ ਅੰਦਰ ਬਾੜੀ ਸੀ ਬੰਦੇ ਨੂੰ ਬਣਾ ਕੇ। ਤੇ ਜਦੋਂ ਪੁਲਿਸ ਵਾਲਿਆਂ ਨੇ ਬਾਹਰ ਸੁਣਿਆ ਸਾਰਿਆਂ ਨੇ, ਕਹਿੰਦੇ ਵਾਕਈ ਵੀ ਬੰਦਾ ਸੱਚਾ ਨੇ ਚੋਰੀ ਨਹੀਂ ਕੀਤੀ। ਤੇ ਦੇਖੋ ਉਹਨੂੰ ਬਰੀ ਕਰ ਦਿੱਤਾ ਗਿਆ, ਬਾਹਰ ਕੱਢ ਦਿੱਤਾ ਗਿਆ, ਕਾਲ ਕੋਠੜੀ ਚੋਂ ਤੇ ਮੁਕਤ ਕਰ ਦਿੱਤਾ ਗਿਆ। ਤੇ ਉਸ ਵੇਲੇ ਮਨ ਦੇ ਵਿੱਚ ਗੱਲ ਦੇ ਆਈ, ਕਹਿਣ ਲੱਗਾ ਕਿ ਮੇਰੇ ਦਾਦੇ ਨੇ ਕਿਹਾ ਸੀ ਚੋਰੀ ਕਰ, ਠੀਕ ਹੈ, ਪਰ ਇੱਕ ਜਿਹੜੀ ਆ ਗੱਲ ਕਹੀ ਸੀ ਨਾ, ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਜਦੋਂ ਜਾਵੇਂ ਇਹ ਨਹੀਂ ਕਰਨੀ ਕਦੇ ਵੀ, ਇਹ ਤੋਂ ਪਾਸਾ ਵੱਟ ਕੇ ਕੰਨਾਂ ਚੁੰਗਲਾਂ ਦੇ ਕੇ ਪਾਸੇ ਦੀ ਲੰਘ ਜਾਈ, ਕਦੇ ਇਸ ਰਸਤੇ ਨਾ ਜਾ। ਕਹਿੰਦਾ ਮੈਨੂੰ ਨਹੀਂ ਸੀ ਪਤਾ ਮਹਾਂਪੁਰਸ਼ਾਂ ਦੀ ਸੰਗਤ ਤੋਂ ਕਿਉਂ ਰੋਕਿਆ, ਮੈਂ ਸਾਰੀ ਉਮਰ ਗੁਨਾਹ ਕਰਦਾ ਰਿਹਾ, ਸਜ਼ਾ ਮਿਲਦੀ ਰਹੀ, ਕੁੱਟ ਵੀ ਪਈ, ਪਰ ਇੱਕ ਮਹਾਂਪੁਰਸ਼ ਦੇ ਛੋਟੇ ਜਿਹੇ ਬਚਨ ਨੇ ਭੱਜੇ ਜਾਂਦੇ ਤੇ ਕੰਨਾਂ ਦੇ ਵਿੱਚ ਆ ਬਚਨ ਪੈ ਗਿਆ ਤੇ ਮਹਾਂਪੁਰਸ਼ ਦੇ ਬਚਨ ਨੇ ਆ ਮੈਨੂੰ ਕਾਲ ਕੋਠੜੀ ਦੇ ਵਿੱਚੋਂ, ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਦੇਖੋ ਜਿਹੜੀ ਇਹ ਮਰਿਆਦਾ ਹੈ, ਜਿਹੜੀ ਮੱਤ ਹੈ, ਸਾਹਿਬ ਜੀ ਬਚਨ ਕਰਦੇ ਨੇ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ। ਜਿਹੜੇ ਰੱਬ ਦੇ ਪਿਆਰੇ ਆਪਣੀ ਰਸਨਾ ਤੋਂ ਬਚਨ ਕਰਦੇ ਨੇ, ਉਹਨਾਂ ਦੇ ਨਾਲ ਕਮਾਉਣ ਦੇ ਨਾਲ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ, ਜੀਵ ਦਾ ਉਧਾਰ ਹੋ ਜਾਣਾ ਕਰਦਾ। ਆਓ ਵੱਡਿਆਂ ਭਾਗਾਂ ਵਾਲੇ ਹਾਂ। ਉਹ ਚੋਰ ਦਾ ਦੇਖੋ ਇੱਕ ਬਚਨ ਸੁਣਨ ਦੇ ਨਾਲ, ਕੰਨਾਂ ਵਿੱਚ ਪੈਣ ਦੇ ਨਾਲ ਉਹਦੀ ਬੰਦ ਖਲਾਸੀ ਹੋ ਗਈ, ਕੰਨਾਂ ਨੂੰ ਹੱਥ ਲਗਾ ਲਏ। ਕਹਿੰਦਾ ਅੱਜ ਤੋਂ ਮਹਾਂਪੁਰਸ਼ਾਂ ਦੀ ਸੰਗਤ ਕਰੂੰਗਾ, ਚੋਰੀ ਨਹੀਂ ਕਰੂੰਗਾ।
ਤੇ ਮਹਾਂਪੁਰਸ਼ਾਂ ਦੀ ਇੱਕ ਛੋਟੇ ਜਿਹੇ ਬਚਨ ਨੇ ਤੁਰੇ ਜਾਂਦੇ ਕੰਨਾਂ ਦੇ ਵਿੱਚ ਪੈ ਗਏ ਤੇ ਜੀਵ ਦਾ ਜਿਹੜਾ ਉਹਦਾ ਚੋਰ ਦਾ ਜਿਹੜਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਇਉਂ ਕਰਕੇ ਜਿਹੜੇ ਗੁਰੂ ਚਰਨਾਂ ਨਾਲ ਜੁੜਦੇ ਨੇ, ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ ਤੇ ਮਹਾਂਪੁਰਸ਼ ਉਹਨਾਂ ਨੂੰ ਬਚਨ ਦੇ ਕਰਕੇ ਉਹਨਾਂ ਨੂੰ ਜਿਹੜਾ ਭੁੱਲੇ ਭਟਕਿਆਂ ਨੂੰ ਰਾਹ ਦੇ ਉੱਤੇ ਪਾ ਕਰਕੇ ਉਹਨਾਂ ਦੇ ਜੀਵ ਦਾ ਉਧਾਰ ਕਰਦੇ ਨੇ। ਆਓ ਇਉਂ ਪੂਰਨ ਗੁਰੂ ਦੀ ਅਤੇ ਪੂਰੇ ਸਤਿਗੁਰੂ ਦੇ ਪਿਆਰਿਆਂ ਦੀ ਲੋੜ ਜੀਵ ਨੂੰ ਜਿਹੜੀ ਸਦਾ ਵਾਸਤੇ ਬਣੀ ਰਹਿੰਦੀ ਹੈ। ਆਓ ਵੱਡਿਆਂ ਭਾਗਾਂ ਵਾਲੇ ਹਾਂ, ਗੁਰੂ ਚਰਨਾਂ ਵਿੱਚ ਜੁੜ ਕੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ, ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ, ਲਾਭ ਲੈ ਰਹੇ ਹਾਂ। ਆਓ ਜੋ ਸਾਹਿਬ ਜੀ ਨੇ ਅੱਜ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਰਾਗ ਸੂਹੀ ਦੇ ਅੰਦਰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਉਹਦੀ ਵੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਸਭ ਪਿਆਰ ਸਹਿਤ ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਸਭ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਗੁਰੂ ਜੀ। ਸ੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚੈ ਜੇ ਕਰ ਸਕੀਐ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਕਰਤੇ ਪੁਰਖ ਦੀ ਵਡਿਆਈ ਕਰਦੇ ਆ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੀਵ ਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਭਾਈ ਆਓ ਗੁਰੂ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਹੈ। ਸਾਹਿਬ ਜੀ ਕੀਤਾ ਜੋ ਤੁਸੀਂ ਪਿੱਛੇ ਕੀਤਾ ਹੈ, ਕੀਤਾ ਹੈ, ਜੋ ਵੀ ਕਾਰਜ ਕੀਤੇ ਨੇ, ਜੋ ਸੰਸਾਰ ਦੀ ਰਚਨਾ ਬਣਾਈ ਹੈ, ਜੋ ਸਾਰੇ ਕਰਮ ਸਾਹਿਬ ਜੀ ਸੰਸਾਰ ਵਿੱਚ ਰਹਿੰਦੇ ਆ ਮੈਂ ਕੀਤੇ ਜਾਂ ਆਪ ਜੀ ਨੇ ਕਰਵਾਏ। ਕੀਤਾ ਕਰਨਾ ਜੋ ਮਹਾਰਾਜ ਜੀ ਅੱਗੇ ਹੋਣਾ ਜਾਂ ਜੋ ਹੋ ਰਿਹਾ। ਕੀਤਾ ਕਰਨਾ ਸਰਬ ਰਜਾਈ, ਮਹਾਰਾਜ ਇਹ ਸਭ ਕੁਝ ਤੁਹਾਡੀ ਰਜਾ ਵਿੱਚ ਹੋ ਰਿਹਾ। ਕਿਛ ਕੀਚੈ, ਮਹਾਰਾਜ ਕਹਿੰਦੇ ਮੈਂ ਕਰਾਂ ਤਾਂ ਜੇ ਕਰ ਸਕੀਆ, ਜੇ ਮੈਂ ਕੁਝ ਕਰਨ ਵਾਲਾ ਹੋਣਾ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀ। ਜੀਵ ਨੂੰ ਸਦਾ ਵਾਸਤੇ ਇਹ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਨਾ ਮੈਂ ਕੁਛ ਕੀਤਾ, ਨਾ ਮੈਂ ਕਰ ਰਿਹਾ ਤੇ ਨਾ ਮੈਂ ਕਰਨ ਜੋਗਾ ਹਾਂ, ਨਾ ਮੇਰੇ ਵਿੱਚ ਕੋਈ ਬਲ ਹੈ। ਸਾਹਿਬ ਜੀ ਕਹਿੰਦੇ ਨੇ ਕਿ ਭਾਈ ਕਬੀਰ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਜਦੋਂ ਜੀਵ ਆਪਣੀ ਮੈਂ ਮੇਰੀ ਨੂੰ ਛੱਡ ਦੇਣਾ ਕਰਦਾ, ਕਹਿੰਦਾ ਹੈ ਕਿ ਭਾਈ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਫਿਰ ਇਹ ਅਵਸਥਾ ਬਣਦੀ ਹੈ ਗੁਰੂ ਚਰਨਾਂ ਵਿੱਚ ਜੀਵ ਕਹਿੰਦਾ ਨਹੀਂ ਤਾਂ ਸੰਸਾਰ ਵਿੱਚ ਜੇ ਕੋਈ ਕੰਮ ਕਰਦਾ, ਮਾਇਆ ਆਦਿ ਇਕੱਠੀ ਕਰਦਾ, ਕਹਿੰਦਾ ਮੈਂ ਮਾਇਆ ਇਕੱਠੀ ਕੀਤੀ ਹੈ। ਕੋਈ ਘਰ ਬਣਾ ਲਿਆ, ਕਹਿੰਦਾ ਮੈਂ ਘਰ ਬਣਾਇਆ, ਮੈਂ ਗੱਡੀ ਲਈ ਹੈ, ਆ ਮੈਂ ਤੁਹਾਨੂੰ ਸਭ ਕੁਝ ਜਿਹੜਾ ਦੇ ਰਿਹਾ ਹਾਂ। ਨਹੀਂ, ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਜੀਵ ਨੂੰ ਕਦੇ ਵੀ ਇਹਨਾਂ ਗੱਲਾਂ ਦੇ ਵਿੱਚ ਮੈਂ ਮੇਰੀ ਵਿੱਚ ਨਹੀਂ ਪੈਣਾ ਚਾਹੀਦਾ। ਇਹ ਬੇਨਤੀ ਕਰਨੀ ਚਾਹੀਦੀ ਹੈ ਸਾਹਿਬ ਜੀ ਕੀਤਾ ਜੋ ਪਿੱਛੇ ਹੋਇਆ, ਕਰਨਾ ਜੋ ਆਪ ਜੀ ਨੇ ਅੱਗੇ ਕਰਨਾ ਹੈ। ਸਰਬ ਰਜਾਈ ਮਹਾਰਾਜ ਸਾਰਾ ਆਪ ਜੀ ਦੀ ਰਜਾ ਦੇ ਵਿੱਚ ਹੈ। ਕਿਛ ਕੀਚੈ ਜੇ ਕਰ ਸਕੀਐ, ਜੇ ਕੁਝ ਕਰਨ ਦੇ ਯੋਗ ਹੋਵਾਂ ਤਾਂ ਮਹਾਰਾਜ ਜੀ ਮੈਂ ਕਰਕੇ ਦੇਖਾਂ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰਖੀਐ। ਆਪਣੇ ਜ਼ੋਰ ਲਾਇਆ ਹੋਇਆ ਮਹਾਰਾਜ ਮੇਰਾ ਕੁਝ ਵੀ ਨਹੀਂ ਹੁੰਦਾ। ਜੇ ਮੈਂ ਕੁਝ ਕਰਨਾ ਚਾਹਾਂ, ਜੇ ਮੈਂ ਕਹਾਂ ਮੈਂ ਕੁਝ ਕੀਤਾ, ਮਹਾਰਾਜ ਨਹੀਂ ਹੁੰਦਾ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰਖੀਐ। ਹਰੀ ਸਰੂਪ ਵਾਹਿਗੁਰੂ ਜੀ ਜਿਵੇਂ ਆਪ ਜੀ ਨੂੰ ਭਾਉਣਾ ਕਰਦਾ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ, ਤਿਉਂ ਗਰੀਬ ਨਵਾਜ ਮੈਨੂੰ ਰੱਖ ਲੈਣਾ ਕਰੋ।
मेरे हर जियो सब को तेरे बस। ਬੇਨਤੀ ਕਰਨੀ ਚਾਹੀਦੀ ਹੈ, ਮੇਰੇ ਹਰ ਜੀਓ ਮੇਰੇ ਹਰੀ ਰੂਪ ਵਾਹਿਗੁਰੂ ਪਰਮੇਸ਼ਰ ਜੀ ਸਭ ਕੋ ਤੇਰਾ ਵਸ। ਆ ਜੋ ਸਭ ਕੁਝ ਹੈ ਤੁਹਾਡੇ ਵਸ ਦੇ ਵਿੱਚ ਹੈ। ਜੇ ਕੋਈ ਵੱਡਾ ਡਾਕਟਰ ਹੋਵੇ ਤਾਂ ਉਹ ਕਹਿਣਾ ਕਰ ਦੇਵੇ ਕਿ ਨਹੀਂ ਮੈਂ ਮਰੀਜ਼ਾਂ ਦਾ ਇਲਾਜ ਕਰਦਾ, ਮੈਂ ਮਰੀਜ਼ ਬਚਾਇਆ। ਨਹੀਂ, ਮਹਾਰਾਜ ਜੀ ਕਹਿੰਦੇ ਨਹੀਂ। ਭਗਤ ਕਬੀਰ ਸਾਹਿਬ ਜੀ ਸਮਝਾਉਣਾ ਕਰਦੇ ਨੇ, ਕਬੀਰ ਵੈਦ ਕਹੇ ਹਾਂ ਹੀ ਭਲਾ। ਕੋਈ ਵੱਡਾ ਵੈਦ ਹੋਵੇ ਉਹ ਕਹੇ ਮੈਂ ਹੀ ਭਲਾ ਹਾਂ, ਮੇਰਾ ਹੀ ਕੀਤਾ ਸਭ ਕੁਝ ਹੁੰਦਾ। दारू मेरा वस भी जिहड़ी दवाई है मेरे वस दे विच है, मैं दवाई दिंदा वां तां जिहड़ा मरीज ठीक हो जांदा है। नहीं, साहब जी कहंदे ने कि भाई ये तो वस्त गोपाल की जब भावै लेखस। आ तां जिहड़ी वस्तु है उस वाहिगुरु परमेश्वर ने सवासां रूपी पूंजी देना कीती है। जो सब कुछ देना कीता ओहदे हत्थ दे विच है। गुरु अर्जन देव साहब जी महाराज चौ बोलियां दी बाणी विच इस शब्द की प्रौढ़ता करदियां महाराज जी ने बचन साहब जी ने लिखना कीते। साहब जी कहंदे वैदां संधा संग इकट्ठा होया। कहंदे वैद अपने सारे औजार लैके संध लैके इकट्ठे होके खड़ जाण। औख दे आए रास विच आप खलोया। महाराज कहंदे उन्ना चर दवाई असर नहीं करदी जिन्ना चर वो करता पुरख वाहिगुरु परमेश्वर आप आण के विच नहीं खलो जांदा। जे ਉਹਨੂੰ ਪਾਉਂਦਾ ਹੈ ਤਾਂ ਜਿਹੜਾ ਸਭ ਕੁਝ ਹੈ ਭਾਈ ਹੋਣਾ ਕਰਦਾ ਹੈ। ਤਾਂਗੋ ਸਾਹਿਬ ਜੀ ਕਹਿੰਦੇ ਹਨ ਐ ਮੇਰੇ ਵਾਹਿਗੁਰੂ ਜੀ ਆਪ ਜੀ ਸਭਨਾ ਥਾਵਾਂ ਦੇ ਉੱਤੇ ਸਮਾਏ ਹੋਏ ਹੋ ਹਰੀ ਜੀ। ਜੋ ਸਭ ਕੁਝ ਹੈ ਤੁਹਾਡੇ ਵਸ ਵਿੱਚ ਹੈ, ਮੇਰੇ ਵਸ ਵਿੱਚ ਕੁਝ ਵੀ ਨਹੀਂ ਹੈ। ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕੈ, ਜਿਉ ਭਾਵੈ ਤਿਵੈ ਬਖਸ਼। ਸਾਡੇ ਵਿੱਚ ਕੋਈ ਜ਼ੋਰ ਨਹੀਂ ਹੈ, ਸਾਡੇ ਵਿੱਚ ਕੋਈ ਤਾਕਤ ਨਹੀਂ ਹੈ। ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਕ ਹੈ, ਜੋ ਅਸੀਂ ਕੁਝ ਕਰ ਸਕੀਏ। ਸਾਹਿਬ ਜੀ ਜਿਉ ਭਾਵੈ ਤਿਵੈ ਬਖਸ਼। ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਣਾ ਕਰਦਾ ਹੈ, ਤਿਵੇਂ ਸਾਨੂੰ ਬਖਸ਼ ਲੈਣਾ ਕਰੋ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਅੱਗੇ ਸਮਝਾਉਂਦੇ ਹਨ। ਸਭ ਜੀਓ ਪਿੰਡ ਦਿਆ ਤੁਧ ਆਪੇ, ਤੁਧ ਆਪੇ ਕਰੇ ਲਾਇਆ। ਹੁਣ ਸਾਹਿਬ ਜੀ ਕਹਿੰਦੇ ਨੇ ਸਭ ਜੀਓ ਪਿੰਡ ਦਿਆ ਤੁਧ ਆਪੇ। ਜਿਹੜਾ ਆ ਜੀ ਹੈ ਆ ਸਰੀਰ ਦੇਣਾ ਕੀਤਾ ਹੈ। ਜੀਏ ਦੇ ਵਿੱਚ ਜਿਹੜੀ ਉਹ ਆਤਮਾ ਜਿਹੜੀ ਸਾਹਿਬ ਜੀ ਨੇ ਇਹ ਜੀਵ ਰੂਪੀ ਭੌਰ ਜੋ ਬਖਸ਼ਿਸ਼ ਕਰਨਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਨੇ ਸਭ ਜੀਓ ਪਿੰਡ ਆ ਜਿਹੜੇ ਸਾਰੇ ਸੰਸਾਰ ਵਿੱਚ ਰਹਿੰਦੇ ਜੀਵ ਨੇ ਉਹਨਾਂ ਨੂੰ ਸਰੀਰ ਬਖਸ਼ਿਆ, ਉਹਨਾਂ ਨੂੰ ਆਤਮਾ ਬਖਸ਼ਿਸ਼ ਕੀਤੀ ਹੈ, ਸਵਾਸ ਬਖਸ਼ਿਸ਼ ਕੀਤੇ ਨੇ। ਦੀਆ ਤੁਧ ਆਪੇ ਸਭ ਉਸ ਵਾਹਿਗੁਰੂ ਨੇ ਆਪ ਦੇਣਾ ਕੀਤਾ ਹੈ। ਤੁਧ ਆਪੇ ਕਾਰੈ ਲਾਇਆ। ਇਹ ਸਰੀਰ ਦੇ ਕਰਕੇ ਸਵਾਸ ਦੇ ਕਰਕੇ ਸਭਨਾਂ ਨੂੰ ਜੇਕਰ ਕਿਸੇ ਨਾ ਕਿਸੇ ਕਾਰਜ ਦੇ ਉੱਤੇ ਕਿਸੇ ਕੰਮ ਦੇ ਉੱਤੇ ਲਾਇਆ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ ਨੇ ਆਪ ਲਾਇਆ ਹੈ। ਜਿਹਾ ਤੂੰ ਹੁਕਮ ਕਰਹਿ ਤੇਹ ਕੋ ਕਰਮ ਕਮਾਵੈ, ਜਿਹਾ ਤੁਧ ਧੁਰ ਲਿਖ ਪਾਇਆ। ਹੁਣ ਜਿਹੋ ਜਿਹਾ ਵਾਹਿਗੁਰੂ ਜੀ ਆਪ ਜੀ ਹੁਕਮ ਕਰਦੇ ਹੋ ਤੇਹ ਕੋ ਕਰਮ ਕਮਾਵੇ। ਉਹੇ ਜੇ ਜੀਵ ਸੰਸਾਰ ਵਿੱਚ ਰਹਿੰਦਿਆਂ ਕਰਮ ਕਮਾਉਂਦਾ ਹੈ। ਜਿਹਾ ਤੁਧ ਧੁਰ ਲਿਖ ਪਾਇਆ। ਜਿਹੋ ਜਿਹਾ ਆਪ ਜੀ ਨੇ ਜੀਵ ਦੇ ਮਸਤਕ ਦੇ ਜਿਹੜੇ ਕਰਮ ਨੇ ਆਪ ਜੀ ਨੇ ਪਿਛਲੇ ਕਰਮਾਂ ਦੇ ਵਿੱਚ ਲਿਖ ਕੇ ਧੁਰ ਤੋਂ ਲਿਖ ਕੇ ਪਾਉਣੇ ਕੀਤੇ ਨੇ, ਉਹੇ ਜੇ ਕਰਮ ਜੀਵ ਸੰਸਾਰ ਵਿੱਚ ਰਹਿੰਦਿਆਂ ਹੋਇਆ ਕਮਾ ਰਿਹਾ ਹੈ। ਸਾਹਿਬ ਜੀ ਕਹਿੰਦੇ ਨੇ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਪਰਮੇਸ਼ਰ ਨੇ ਮਸਤਕ ਦਾ ਲੇਖ ਲਿਖ ਕੇ ਭੇਜ ਦੇਣਾ ਕੀਤਾ ਹੈ ਉਹਨੂੰ ਕੋਈ ਮੇਟ ਨਹੀਂ ਸਕਣਾ ਕਰਦਾ। ਹੁਣ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਕੋਈ ਵੀ ਐਸਾ ਜੀਵ ਨਹੀਂ ਹੈ ਜਿਹੜਾ ਉਸ ਕਰਤੇ ਪੁਰਖ ਤੋਂ ਬਾਹਰੀ ਹੋ ਕੇ ਕੁਝ ਕਰ ਸਕੇ। ਜਿਹੋ ਜਿਹਾ ਹੁਕਮ ਕਰਦਾ ਹੈ ਤੇਹੋ ਜਿਹੇ ਜੀਵ ਸੰਸਾਰ ਵਿੱਚ ਕਰਮ ਕਮਾਉਂਦਾ ਕੰਮ ਕਰਦਾ ਹੈ। ਤੇ ਜਿਹੋ ਜਿਹਾ ਉਹਨੇ ਧੁਰ ਤੋਂ ਲਿਖ ਕੇ ਪਾ ਦੇਣਾ ਕੀਤਾ ਹੈ ਉਹੇ ਜੇ ਕਰਮਾਂ ਨੂੰ ਜੀਵ ਸੰਸਾਰ ਵਿੱਚ ਕਰਦਾ ਹੈ। ਪੰਜ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ,
ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਹੁਣ ਕਹਿੰਦੇ ਨੇ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਵਿਗਿਆਨੀਆਂ ਨੇ ਬੜੇ ਜ਼ਿਆਦੀਆਂ ਖੋਜਾਂ ਕੀਤੀਆਂ ਨੇ। ਸਾਹਿਬ ਜੀ ਕਹਿੰਦੇ ਆ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਦਾ ਬਣਨਾ ਕੀਤਾ ਹੈ। ਪਾਣੀ ਹੈ, ਅੱਗ ਹੈ, ਹਵਾ ਹੈ, ਮਿੱਟੀ ਹੈ। ਇਹ ਪੰਜਾਂ ਤੱਤਾਂ ਦਾ ਸਰੀਰ ਜਿਹੜਾ ਕਿ ਬਣਨਾ ਕੀਤਾ ਹੈ। ਸਾਹਿਬ ਜੀ ਕਹਿੰਦੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਪੰਜਾਂ ਤੱਤਾਂ ਦੇ ਦੁਆਰਾ ਸਾਰੀ ਸ੍ਰਿਸ਼ਟੀ ਦੀ ਸਾਜਨਾ ਵਾਹਿਗੁਰੂ ਪਰਮੇਸ਼ਰ ਨੇ ਕੀਤੀ ਹੈ। ਹੁਣ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ, ਵਿਦਵਾਨ ਕਹਾਉਣ ਵਾਲੇ, ਵਿਗਿਆਨੀ ਕਹਾਉਣ ਵਾਲਿਆਂ ਨੂੰ ਮਹਾਰਾਜ ਕਹਿੰਦੇ ਨੇ ਕੋਈ ਛੇਵਾਂ ਕਰੇ। ਕੋਈ ਛੇਵਾਂ ਜਿਹੜਾ ਤੱਤ ਕਿਸੇ ਨੇ ਕੋਈ ਬਣਾਉਣਾ ਕੀਤਾ, ਕੋਈ ਛੇਵੇਂ ਤੱਤ ਦੀ ਕਿਸੇ ਨੇ ਖੋਜ ਕੀਤੀ ਹੈ ਜੀ ਤੋਂ ਭਾਈ ਇਸ ਸੰਸਾਰ ਦੀ ਉਤਪਤੀ ਉਹ ਕਰ ਲੈਣ। ਨਹੀਂ, ਮਹਾਰਾਜ ਕਹਿੰਦੇ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਜੇ ਕੋਈ ਆਪਣੇ ਆਪ ਨੂੰ ਕੋਈ ਕਹਾਉਣ ਵਾਲਾ ਹੋਵੇ, ਆਪਣੀ ਜ਼ੋਰ ਅਜਮਾਇਸ਼ ਕਰਨ ਵਾਲਾ ਹੋਵੇ, ਆਪਣੀ ਤਾਕਤ ਵਿਖਾਉਣ ਵਾਲਾ ਹੋਵੇ, ਆਪਣੀ ਸਮਰੱਥਾ ਵਿਖਾਉਣ ਵਾਲਾ ਹੋਵੇ, ਮਹਾਰਾਜ ਕਹਿੰਦੇ ਵਾਹਿਗੁਰੂ ਨੇ ਪੰਜਾਂ ਤੱਤਾਂ ਤੋਂ ਜਿਹੜਾ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤੇ ਜੇ ਕੋਈ ਹੈ ਆਪਣੀ ਜ਼ੋਰ ਅਜਮਾਇਸ਼ ਦਿਖਾਉਣ ਵਾਲਾ, ਆਪਣੀ ਤਾਕਤ ਦਿਖਾਉਣ ਵਾਲਾ, ਬੁੱਧੀ ਦਿਖਾਉਣ ਵਾਲਾ, ਤੇ ਮਹਾਰਾਜ ਕਹਿੰਦੇ ਭਾਈ ਕੋਈ ਛੇਵਾਂ ਤੱਤ ਪ੍ਰਗਟ ਕਰਕੇ ਦਿਖਾ ਦੇਣਾ ਕਰੇ। ਇਕ ਨਾ ਸਤਿਗੁਰ ਮੇਲ ਤੂੰ 부ਝਾਵੈ, ਇਕ ਮਨ ਮੁਖ ਕਰੈ ਸੇ ਰੋਵੈ। ਹੁਣ ਇੱਕ ਨਾ ਨੇ ਵਾਹਿਗੁਰੂ ਪੂਰਨ ਸਤਿਗੁਰੂ ਪਰਮੇਸ਼ਰ ਨੂੰ ਜੁੜ ਕੇ ਉਹਦੇ ਜਿਹੜੇ ਗੁਣਾਂ ਨੂੰ, ਜਿਹੜਾ ਉਹਨੇ ਸਮਰੱਥਾ ਨੂੰ, ਉਹਦੀ ਤਾਕਤ ਨੂੰ ਸਮਝ ਲੈਣਾ ਕੀਤਾ ਹੈ। ਇੱਕ ਉਹਦੇ ਹੁਕਮ ਵਿੱਚ ਚੱਲਦੇ ਨੇ, ਇੱਕ ਨਾ ਸਤਿਗੁਰ ਮੇਲ ਤੂੰ 부ਝਾਵੇ। ਇੱਕ ਨਾ ਨੂੰ ਸਤਿਗੁਰੂ ਜੀ ਨੇ ਪੂਰੇ ਸਤਿਗੁਰੂ ਦਾ, ਵਾਹਿਗੁਰੂ ਨੇ ਉਹਨਾਂ ਦਾ ਮਿਲਾਪ ਕਰ ਦਿੱਤਾ ਗੁਰੂ ਦੇ ਨਾਲ, ਤੇ ਉਹਨਾਂ ਨੂੰ ਇਸ ਦੀ ਸੋਝੀ ਪਾ ਦੇਣਾ ਕੀਤੀ ਹੈ ਕਿ ਭਾਈ ਇਹ ਜੋ ਕੁਝ ਕਰ ਰਿਹਾ ਵਾਹਿਗੁਰੂ ਕਰ ਰਿਹਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੇ ਮਹਾਰਾਜ ਕਹਿੰਦੇ ਇੱਕ ਮਨਮੁਖ ਕਰੇ ਸਿਰੂਰ। ਇੱਕ ਜਿਹੜੇ ਮਨਮੁਖ ਨੇ, ਆਪਣੀ ਮਨ ਦੀ ਮੱਤ ਦੇ ਮਗਰ ਚੱਲਣ ਵਾਲੇ ਨੇ, ਉਹ ਫਿਰ ਸੰਸਾਰ ਵਿੱਚ ਰਹਿੰਦਿਆਂ ਕਰਮ ਕਮਾਉਂਦੇ ਨੇ ਤੇ ਰੋਂਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਮਾਰੂ ਸੋਲਿਆਂ ਦੀ ਬਾਣੀ ਦਾ ਬਚਨ ਹੈ। ਮਹਾਰਾਜ ਕਹਿੰਦੇ ਮਨਮੁਖ ਆਵੇ ਮਨਮੁਖ ਜਾਵੇ। ਹੁਣ ਗੁਰਮੁਖ ਨੂੰ ਤਾਂ ਸੋਝੀ ਆ ਗਈ, ਗੁਰੂ ਨੂੰ ਕਹਿੰਦਾ ਜੋ ਕੁਝ ਕੀਤਾ ਆਪ ਨੇ ਕੀਤਾ। ਇੱਕ ਮਨ ਦੇ ਮਗਰ ਲੱਗ ਕੇ ਚੱਲਣ ਵਾਲਾ ਜਿਹੜਾ ਜੀਵ ਹੈ ਮਨਮੁਖ ਹੈ। ਮਹਾਰਾਜ ਕਹਿੰਦੇ ਸੰਸਾਰ ਵਿੱਚ ਮਨਮੁਖ ਆਉਂਦਾ ਤੇ ਮਨਮੁਖ ਜਾਂਦਾ। ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਮਨਮੁਖ ਦੁਬਾਰਾ ਫਿਰ ਸੰਸਾਰ ਵਿੱਚ ਮਨ ਦੀ ਮੱਤ ਦੇ ਮਗਰ ਲੱਗ ਕੇ ਮਾੜੇ ਕਰਮ ਕਮਾ ਕੇ ਸੰਸਾਰ ਵਿੱਚ ਰਹਿੰਦਾ। ਕਹਿੰਦਾ ਇਹ ਜਗ ਮਿੱਠਾ ਅਗਲਾ ਕਰ ਨਿੱਠਾ, ਇਹੋ ਜੀਆਂ ਗੱਲਾਂ ਕਰਕੇ ਆਪਣੀ ਮਨ ਦੀ ਮੱਤ ਦੇ ਮਗਰ ਲੱਗ ਕੇ ਸਾਰੀ ਉਮਰ ਜਾਈ ਗਵਾ ਲੈਂਦਾ। ਤੇ ਸਾਹਿਬ ਜੀ ਕਹਿੰਦੇ ਜਿਤਨੇ ਨਰਕ ਸੇ ਮਨਮੁਖ ਭੋਗ। ਜਿੰਨੇ ਨਰਕ ਬਣੇ ਨੇ ਨਾ, ਇਹ ਮਨਮੁਖਾਂ ਦੇ ਲਈ ਬਣੇ ਨੇ। ਮਹਾਰਾਜ ਕਹਿੰਦੇ ਗੁਰਮੁਖ ਲੇਪ ਨਾ ਮਾਸਾ ਹੈ। ਜਿਹੜੇ ਹੁਣ ਗੁਰੂ ਦੀ ਮੱਤ ਦੇ ਦੁਆਰਾ ਗੁਰੂ ਨੂੰ ਆਪਣਾ ਸਭ ਕੁਝ ਜਾਣ ਕੇ, ਸਭ ਕੁਝ ਸੌਂਪ ਕੇ ਚੱਲਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਮਾਸਾ ਜਿੰਨਾ ਵੀ, ਇੱਕ ਤਿਲ ਜਿੰਨਾ ਵੀ ਜਿਹੜਾ ਭਾਈ, ਉਹਨਾਂ ਨੂੰ ਕੁੰਭੀ ਨਰਕ ਦਾ ਜਿਹੜਾ ਦੁੱਖ ਹੈ ਨਹੀਂ ਭੋਗਣਾ ਪੈਂਦਾ। ਹੁਣ ਸਾਹਿਬ ਜੀ ਕਹਿੰਦੇ ਨੇ ਇੱਕ ਨਾ ਸਤਿਗੁਰ ਮੇਲ ਤੂੰ 부ਝਾਵੇ। ਇੱਕ ਨਾ ਨੂੰ ਉਹ ਪੂਰਾ ਗੁਰੂ ਮਿਲ ਜਾਂਦਾ ਤੇ ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਇੱਕ ਮਨਮੁਖ ਕਰੇ ਸੇ ਰੋਵੇ। ਇੱਕ ਮਨਮੁਖ ਆਪਣੀ ਮਨ ਦੀ ਮੱਤ ਦੇ ਮਗਰ ਲੱਗ ਕਰਕੇ ਸਾਰੀ ਉਮਰ ਦੁਨਿਆਵੀ ਬੰਧਨਾਂ ਦੇ ਵਿੱਚ ਪੈ ਕਰਕੇ ਆਪਣੇ ਜਿਹੜੇ ਹਉਮੈ ਦੂ ਆਪਣੀ ਪੱਠੇ ਪਾਉਂਦਿਆਂ ਰਹਿੰਦਿਆਂ ਕਰਕੇ ਸਾਰੀ ਉਮਰ ਰੋਂਦੇ ਰਹਿੰਦੇ ਹਨ, ਸਾਰੀ ਉਮਰ ਅਜਾਈ ਗਵਾ ਲੈਂਦੇ ਹਨ। ਹਰ ਕੀ ਵਡਿਆਈ ਹਉ ਆਖ ਨਾ ਸਕਾ, ਹਾਂ ਮੂਰਖ ਮੁਗਧ ਨੀ ਜਾਣ। ਹੁਣ ਦੇਖੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿੱਡੀ ਨਿਮਰਤਾ ਦੇ ਵਚਨ ਸਾਹਿਬ ਜੀ ਦੱਸਣਾ ਕਰਦੇ ਨੇ, ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ। ਕਹਿੰਦੇ ਹਰ ਕੀ ਵਡਿਆਈ ਹੋ ਆਖ ਨਾ ਸਕਾਂ। ਇਹ ਵਾਹਿਗੁਰੂ ਪਰਮੇਸ਼ਰ ਜੀ ਮੈਂ ਆਪ ਜੀ ਦੀ ਵਡਿਆਈ ਨੂੰ ਆਖ ਹੀ ਨਹੀਂ ਸਕਦਾ। ਮਹਾਰਾਜ ਆਪਣੀ ਜੇਵਾ ਨੂੰ ਕਹਿ ਹੀ ਨਹੀਂ ਸਕਦਾ ਜੇਵਾ ਦੇ ਵਿੱਚੋਂ ਕਿ ਸਾਹਿਬ ਜੀ ਆਪ ਜੀ ਕਿਤਨੇ ਵੱਡੇ ਹੋ, ਆਪ ਜੀ ਕਿਤਨੇ ਸਮਰੱਥ ਹੋ।
ਹਾਂ ਮੂਰਖ ਮੈਂ ਤਾਂ ਮੂਰਖ ਹਾਂ, ਮੁਗਦਾ ਮਹਾਰਾਜ ਕਿਸੇ ਪ੍ਰਕਾਰ ਦੀ ਕੋਈ ਮੈਨੂੰ ਸੋਝੀ ਨਹੀਂ ਹੈ। ਨੀਚਾਣ ਮੈਂ ਤਾਂ ਨੀਚਾਂ ਤੋਂ ਨੀਚ ਹਾਂ, ਮੇਰੇ ਵਰਗਾ ਕੋਈ ਨੀਚ ਵੀ ਨਹੀਂ ਹੈ ਤੇ ਤੁਹਾਡੇ ਵਰਗਾ ਕੋਈ ਵੱਡਾ ਵੀ ਨਹੀਂ ਹੈ। ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਸਤਿਗੁਰੂ ਜੀ ਸਮਝਾਉਣਾ ਕਰਦਿਆਂ ਨੇ ਵਾਹਿਗੁਰੂ ਜੀ ਆਪ ਜੀ ਦੀ ਵਡਿਆਈ ਨੂੰ ਮੈਂ ਆਖ ਨਹੀਂ ਸਕਦਾ, ਮੈਂ ਤਾਂ ਮੂਰਖ ਹਾਂ, ਕਿਸੇ ਗੱਲ ਦਾ ਗਿਆਤ ਨਹੀਂ ਹੈ, ਨੀਚਾਣ ਨੀਵਿਆਂ ਤੋਂ ਨੀਵਾਂ ਹਾਂ। ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਨਾਗਤ ਭਇਆ ਜਾਣ। ਹੁਣ ਸ਼ਬਦ ਦੀ ਸਮਾਪਤੀ ਕਰਦਿਆਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ। ਐ ਵਾਹਿਗੁਰੂ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ ਕਰ ਲਵੋ ਆਪਣੇ ਜਨ ਨੂੰ। ਸ਼ਰਨਾਗਤ ਪਿਆ ਅਜਾਣ, ਸਾਹਿਬ ਜੀ ਆਪ ਜੀ ਦੀ ਸ਼ਰਨ ਦੇ ਵਿੱਚ ਪੈਣਾ ਕੀਤਾ ਹੈ। ਮੈਂ ਅਜਾਣ ਹਾਂ, ਮੈਂ ਅਜਾਣ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹਾਂ ਦੀ। ਜਿਵੇਂ ਕਿਸੇ ਬੱਚੇ ਨੂੰ ਤੁਰਨਾ ਨਾ ਆਉਂਦਾ ਹੋਵੇ ਤਾਂ ਜਿਹੜਾ ਆਪਣੇ ਪਿਤਾ ਨੂੰ ਕਹਿੰਦਾ ਪਿਤਾ ਮੇਰੀ ਬਾਹ ਫੜ ਲੈ ਤੇ ਮੈਨੂੰ ਜਿਹੜਾ ਕਿ ਤੁਰਨਾ ਸਿਖਾ ਦੇ। ਦੇਖਦੇ ਆ ਤੇ ਇਸੇ ਤਰ੍ਹਾਂ ਸਾਹਿਬ ਜੀ ਬਚਨ ਕਰਦੇ ਨੇ ਕਿ ਸਾਹਿਬ ਜੀ ਮੈਨੂੰ ਤੁਰਨਾ ਨਹੀਂ ਆਉਂਦਾ, ਮੈਂ ਅਜਾਣ ਹਾਂ, ਆਪ ਮੇਰੀ ਬਾਹ ਫੜ ਕੇ ਮੈਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਗਿਆਤ ਕਰਾ ਦਿਓ, ਇਸ ਮਾਰਗ ਦੇ ਉੱਤੇ ਤੁਰਨਾ ਸਿਖਾ ਦਿਓ। ਸਾਹਿਬ ਜੀ ਨੇ ਹੀ ਸਮਝਾਉਣਾ ਕੀਤਾ ਸਾਰੇ ਸ਼ਬਦ ਦੇ ਦੁਆਰਾ। ਇਹ ਭਾਈ ਆਪਣੀ ਹਉਮੈ ਨੂੰ, ਆਪਣੀ ਹੰਗਤਾ ਨੂੰ, ਆਪਣੇ ਹੰਕਾਰ ਨੂੰ, ਆਪਣੀ ਸਿਆਣਪ ਨੂੰ ਛੱਡ ਕੇ ਜਦੋਂ ਵੀ ਗੁਰੂ ਚਰਨਾਂ ਵਿੱਚ ਆਉਣਾ ਹੈ, ਵਾਹਿਗੁਰੂ ਅੱਗੇ ਇਉਂ ਬੇਨਤੀ ਕਰਨੀ ਚਾਹੀਦੀ ਹੈ। ਸਾਹਿਬ ਜੀ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਸਾਹਿਬ ਜੀ ਜਿਵੇਂ ਆਪ ਜੀ ਨੂੰ ਭਾਉਣਾ ਕਰਦਾ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ, ਆਪ ਕਿਰਪਾ ਕਰਕੇ ਰੱਖ ਲੈਣਾ ਕਰੋ। ਬਸ ਇਉਂ ਹੀ ਗੁਰੂ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਹੈ। ਸਾਹਿਬ ਜੀ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿਤੇ ਲਿਖੋ ਵਾਰ। ਸਾਹਿਬ ਜੀ ਸਾਰਾ ਸੰਸਾਰ ਇਸ ਅਗਿਆਨਤਾ ਦੀ, ਇਸ ਜਿਹੜੀ ਹਉਮੈ ਹੰਕਾਰ ਦੀ ਅਗਨੀ ਵਿੱਚ ਜਲ ਰਿਹਾ ਹੈ। ਸਾਹਿਬ ਜੀ ਆਪ ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ। ਨੀਚ ਹਾਂ, ਅਜਾਣ ਹਾਂ, ਆਓ ਸਾਰੇ ਗੁਰੂ ਚਰਨਾਂ ਵਿੱਚ ਆਪਾਂ ਆ ਗੁਰੂ ਚਰਨਾਂ ਵਿੱਚ ਪੰਕਤੀਆਂ ਪੜ੍ਹ ਕੇ ਅਰਦਾਸ ਬੇਨਤੀ ਕਰਕੇ ਸਾਰੇ ਸਮਾਪਤੀ ਕਰੀਏ ਜੀ। ਜਗਤ ਜਲੰਦਾ ਰੱਖ ਲੈ, 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 ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ, ਜਿਤ ਦੁਆਰੇ ਉਬਰੈ, ਤਿਤੇ ਲਿਖੋ ਵਾਰ, ਤਿਤੇ ਲਿਖੋ ਵਾਰ, ਤਿਤੇ ਲਿਖੋ ਵਾਰ, ਤਿਤੇ ਲਿਖੋ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜਦੋਂ ਵਾਹਿਗੁਰੂ ਦੇ ਹੁਕਮ ਨੂੰ ਜੀਵ ਪਛਾਣ ਲੈਣਾ ਕਰਦਾ, ਉਹਦੇ ਹੁਕਮ ਦੇ ਵਿੱਚ ਰਹਿਣਾ ਕਰਦਾ, ਤਾਂ ਫਿਰ ਜਿਹੜਾ ਦਿਨ ਔਰ ਰਾਤ ਸੁਖ ਨੂੰ ਪ੍ਰਾਪਤ ਕਰਨਾ ਕਰਦਾ ਹੈ। ਸਦਾ ਵਾਸਤੇ ਗੁਰੂ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਹੈ। ਸਾਹਿਬ ਜੀ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ। ਹਮ ਬਾਰਕ
ਤੂੰ ਗੁਰ ਪਿਤਾਇਓ ਬੇਨਤੀ ਕਰਨੀ ਚਾਹੀਦੀ ਹੈ ਮਹਾਰਾਜ ਅਸੀਂ ਬੱਚੇ ਹਾਂ ਆਪ ਜੀ ਪਿਤਾ ਹੋ ਦੇ ਮਤ ਸਮਝਾਏ ਸਾਨੂੰ ਮਤ ਦੇ ਕੇ ਸਮਝਾਉਣਾ ਕਰੋ ਗਰੀਬ ਨਵਾਜ ਜਦੋਂ ਇਉਂ ਗੁਰੂ ਚਰਨਾਂ ਵਿੱਚ ਬੇਨਤੀ ਕਰਾਂਗੇ ਤਾਂ ਜਿਵੇਂ ਮਾਤਾ ਪਿਤਾ ਬੱਚਾ ਕਿੰਨੇ ਮਰਜੀ ਔਗਣ ਕਮਾ ਕੇ ਗਲਤੀਆਂ ਕਰਕੇ ਮਾਤਾ ਪਿਤਾ ਦੇ ਅੱਗੇ ਆਣ ਕੇ ਹੱਥ ਜੋੜ ਕੇ ਗਲਤੀ ਮੰਨ ਲੈਂਦਾ ਤੇ ਮਾਤਾ ਪਿਤਾ ਅੱਗੇ ਬੇਨਤੀ ਕਰਦਾ ਤਾਂ ਫਿਰ ਸਾਹਿਬ ਜੀ ਬਖਸ਼ ਲੈਣਾ ਕਰਦੇ ਨੇ ਜਿਵੇਂ ਸਾਹਿਬ ਜੀ ਦਾ ਵਚਨ ਹੈ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨ ਰਾਖਸ ਤੇ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਔਗਣ ਮੇਰਾ ਇਉਂ ਗੁਰੂ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਤੇ ਸਾਹਿਬ ਜੀ ਕਿਰਪਾ ਕਰਦੇ ਨੇ ਜਦੋਂ ਜੀਵ ਆਪਣੇ ਆਪ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਬੇਨਤੀ ਕਰਦਾ ਤੇ ਸਤਿਗੁਰੂ ਜੀ ਆਪਣੇ ਪਿਆਰੇ ਦੀ ਜ਼ਰੂਰ ਲਾਜ ਰੱਖਣਾ ਕਰਦੇ ਨੇ ਕਿਸੇ ਪ੍ਰਕਾਰ ਦੀ ਕੋਈ ਵੀ ਬੇਨਤੀ ਹੋਵੇ ਤੇ ਸਾਹਿਬ ਜੀ ਆਪਣੇ ਪਿਆਰੇ ਦੀ ਬੇਨਤੀ ਨੂੰ ਜ਼ਰੂਰ ਮੰਨਣਾ ਕਰਦੇ ਨੇ ਤੇ ਆਓ ਸਾਰੇ ਗੁਰੂ ਚਰਨਾਂ ਵਿੱਚ ਆਪਾਂ ਵਡਭਾਗੇ ਆ ਜਿਨ੍ਹਾਂ ਨੇ ਰਲ ਮਿਲ ਕੇ ਹਾਜ਼ਰੀ ਭਰੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖਮਨੀ ਸਾਹਿਬ ਦੇ ਜਾਪਾਂ ਵਿੱਚ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਸਭਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਸਤਿਗੁਰੂ ਜੀ ਸੰਪੂਰਨ ਕਰਨ ਆਓ ਹੁਣ ਇਸ ਵੇਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਾਰੇ ਪੜ੍ਹ ਸੁਣ ਕੇ ਸਮਾਪਤੀ ਕਰੀਏ ਉਪਰੰਤ ਜੋ ਕਰਕੇ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਗੁਰੂ ਘਰ ਦੀ ਸਤਿਗੁਰਾਂ ਦੇ ਦਰੋਂ ਘਰੋਂ ਰਸਾਈ ਮਰਿਆਦਾ ਅਨੁਸਾਰ ਪਾਵਨ ਸ਼੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਹੋਣਗੇ ਆਓ ਰਲ ਮਿਲ ਕੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਾਰੇ ਸਰਵਣ ਕਰੀਏ ਨਾਲ ਹੀ ਸ਼੍ਰੀ ਸਹਿਜ ਪਾਠਾਂ ਦੀ ਪ੍ਰਾਰੰਭਤਾ ਹੋਵੇਗੀ ਜੀ ਹਰ ਕੀ ਵਡਿਆਈ ਆਖ ਨਾ ਸਾਕਾ ਹਾਂ ਮੂਰਖ ਮੁਗਧ ਨੀਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।